किसानी मोर्चे ਨੂੰ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਇਸ ਵਕਤ ਕਿੱਥੇ ਖੜਾ ਦੇਖਦੇ ਹੋ? 10 ਮਹੀਨੇ ਪਹਿਲਾਂ ਅਸੀਂ ਪੰਜਾਬ ਵਿੱਚ ਲੜ ਰਹੇ ਸੀ, ਉਸ ਤੋਂ ਬਾਅਦ ਹਰਿਆਣੇ 'ਚ ਚਲੇ ਗਏ, ਯੂਪੀ 'ਚ ਚਲੇ ਗਏ, ਰਾਜਸਥਾਨ ਚਲੇ ਗਏ। ਦੇਸੀ ਦੇਖਿਆ ਜਿਹੜੇ ਸਾਡੇ ਯੂਪੀ ਦੇ ਵਿੱਚ ਸ਼ਹੀਦ ਹੋਏ ਉਹਨਾਂ ਦੀ ਸ਼ਰਧਾਂਜਲੀ ਲਈ ਪੂਰੇ ਭਾਰਤ ਵਿੱਚ ਇਸ ਵਕਤ ਕੈਂਡਲ ਮਾਰਚ, ਰੋਸ ਪ੍ਰਦਰਸ਼ਨ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਦਰਸ਼ਨ ਨੇ ਸ਼ਹੀਦਾਂ ਦੀ ਯਾਦ ਵਿੱਚ ਇਹ ਅੰਦੋਲਨ ਨੂੰ ਸਮਰਪਿਤ ਸਾਰੇ ਲੋਕ ਕੱਢ ਰਹੇ ਨੇ। ਸਰਕਾਰ ਦੀ ਗੱਲ ਕਰੀ ਆ ਤਾਂ ਜਦੋਂ ਇੱਕ ਬਿਆਨ ਆਉਂਦਾ ਨਰਿੰਦਰ ਸਿੰਘ ਤੋਮਰ ਦਾ, ਜਿਹੜੇ ਖੇਤੀਬਾੜੀ ਮੰਤਰੀ ਆ, ਉਹ ਕਹਿੰਦੇ ਵੀ ਸਾਡੇ ਨਾਲ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਪਰ ਕਿਸਾਨ ਆਗੂ ਨਹੀਂ ਮੰਨ ਰਹੇ। ਇਹ ਉਹਨਾਂ ਦੀ ਦੋਹਰੀ ਨੀਤੀ ਹੁੰਦੀ ਬੀਜੇਪੀ ਦੀ, ਖਾਸ ਕਰਕੇ ਜਿਹੜੀ ਬੀਜੇਪੀ ਪਾਰਟੀ ਹੈ ਉਹ ਹਮੇਸ਼ਾ ਦੋ ਰਣਨੀਤੀਆਂ ਨਾਲ ਚੱਲਦੀ ਹੈ। ਇੱਕ ਪਾਸੇ ਤਾਂ ਉਹ ਹਮੇਸ਼ਾ ਇਹ ਕਹਿੰਦੇ ਕਿ ਅਸੀਂ ਇਹਨਾਂ ਦੀਆਂ ਗੱਲਾਂ ਮੰਨਣ ਲਈ ਤਿਆਰ ਹਾਂ, ਇਹ ਆਣ ਕੇ ਬੈਠਣ, ਪਰ ਦੂਜੇ ਪਾਸੇ ਖੇਤੀ ਮੰਤਰੀ ਪਤਾ ਨਹੀਂ ਕਿਸ ਹਿਸਾਬ ਨਾਲ, ਅਸੀਂ ਤਾਂ ਉਹ ਸਮਝਦੇ ਨਹੀਂ ਕਿ ਉਹ ਖੇਤੀ ਮੰਤਰੀ ਦੇ ਯੋਗ ਵੀ ਬੰਦਾ ਹੈਗਾ। 700 ਤੋਂ ਵੱਧ ਜਿਹੜੇ ਸ਼ਹੀਦ ਨੇ ਕਿਸਾਨ ਉਹ ਹੋ ਗਏ ਨੇ, ਉਹਨਾਂ ਨਾਲ ਕੀ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕਰੀ ਸਰਕਾਰ ਦੇ ਨਾਲ ਵੀ ਯਾਰ ਸਾਡੇ ਜਿਹੜੇ ਕਿਸਾਨ ਨੇ ਉਹ ਇੰਨੇ ਸ਼ਹੀਦ ਹੋ ਗਏ ਨੇ ਤੇ ਕੋਈ ਗੱਲਬਾਤ ਨਹੀਂ ਹੋ ਰਹੀ? ਸਰਕਾਰ ਨੂੰ ਪੰਜਾਬ ਦੇ ਵਿੱਚ ਛੋਟੇ-ਛੋਟੇ ਕੇਸ, ਛੋਟੇ-ਛੋਟੇ ਆਪਣੇ ਕੋਲੋਂ ਮਨ ਘੜਤ ਕਹਾਣੀਆਂ ਬਣਾ ਕੇ ਆਰਡੀ ਟੈਕਸ ਨੌਜਵਾਨਾਂ ਤੇ ਪਾਏ ਜਾ ਰਹੇ ਨੇ, ਝੂਠੇ ਕੇਸ ਪਾ ਰਹੇ ਨੇ। ਇਹ ਵੀ ਖੇਤੀ ਮੰਤਰੀ ਦਾ ਬਿਆਨ ਸੀ ਕਿ ਸਾਨੂੰ ਪਤਾ ਨਹੀਂ ਕਿੰਨੇ ਕਿਸਾਨ ਸ਼ਹੀਦ ਹੋ ਗਏ, ਪਰ ਇਹ ਜੇ ਸਰਕਾਰ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜਾਂ ਉਹਨਾਂ ਨੂੰ ਅਸੀਂ ਦੱਸੀਏ ਵੀ ਬੜੀ ਇਹ ਤਾਂ ਸਰਕਾਰ ਵਾਸਤੇ ਅਸੀਂ ਫਿਰ ਚੀਨ ਨਾਲ ਅਸੀਂ ਗੱਲ ਕਰਦੇ, ਯੁੱਧ ਲੜਾਂਗੇ, ਪਾਕਿਸਤਾਨ ਲੜਾਂਗੇ, ਸਾਡੀਆਂ ਖੂਫੀਆ ਏਜੰਸੀਆਂ, ਸਾਨੂੰ ਇਹ ਸਮਝ ਨਹੀਂ ਆਉਂਦੀ ਉਹ ਕਿਸ ਆਧਾਰ ਤੇ ਬਿਆਨ ਦੇ ਜਾਂਦੇ ਨੇ। ਅਸੀਂ ਤਿਆਰ ਹਾਂ, ਅੱਜ ਤੱਕ ਕਿਸਾਨ ਆਗੂਆਂ ਨੇ ਕਦੇ ਨਹੀਂ ਕਿਹਾ ਵੀ ਸਰਕਾਰ ਗੱਲ ਕਰੇ ਤੇ ਅਸੀਂ ਜਾਣ ਨੂੰ ਤਿਆਰ ਨਹੀਂ। ਸਰਕਾਰ ਜਦੋਂ ਕਹੇ ਕਿ ਅਸੀਂ ਤਿਆਰ ਹਾਂ ਗੱਲ ਕਰਨ ਲਈ, ਇਹ ਸਾਰਾ ਅਸੀਂ ਧਿਆਨ ਵਿੱਚ ਸੀ ਕਿ ਸਰਕਾਰ ਇਸ ਵਕਤ ਕੋਈ ਦੰਗਾ ਕਰਾ ਸਕਦੀ ਹੈ, ਕਿ ਹੋ ਸਕਦਾ ਕਿ ਬੀਜੇਪੀ ਆਪਣਾ ਹੀ ਕੋਈ ਨੁਕਸਾਨ ਵੱਡਾ ਕਰਾ ਦੇਵੇ ਤੇ ਜਿਹੜਾ ਕਿਸਾਨਾਂ ਤੇ ਪਾਇਆ ਜਾਵੇ। ਅਸੀਂ ਤਾਂ ਹੀ ਬਾਰ-ਬਾਰ ਅਪੀਲ ਕਰਦੇ ਹਾਂ, ਰੈਲੀ ਹੈ ਇਹ ਕੀ ਦਿਖਾ ਰਹੀ ਹੈ? ਇਹ ਇਹੀ ਦਿਖਾ ਰਹੀ ਕਿ ਨਾ ਕਿਸਾਨ ਪਹਿਲਾਂ ਅੱਕੇ ਸੀ, ਨਾ ਹੁਣ ਅੱਕੇ ਆ, ਨਾ ਥੱਕੇ ਸੀ, ਨਾ ਹੁਣ ਥੱਕੇ ਆ। ਇਹ ਸਾਡਾ ਜੋਸ਼ ਬਰਕਰਾਰ ਹੈ ਔਰ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ, ਸਰਕਾਰ ਨੂੰ ਪਤਾ ਵੀ ਹੈ ਵੀ ਇਹਨਾਂ ਵਾਪਸ ਨਹੀਂ ਜਾਣਾ। ਹੁਣ ਸਰਕਾਰ ਦੇਖਦੀ ਪਈ ਹੈ ਵੀ ਇਹ ਐਲਾਨ ਅਸੀਂ ਕਦੋਂ ਕਰੀਏ। ਲਖੀਮਪੁਰ ਖੀਰੀ ਦੀ ਜੇ ਘਟਨਾ ਦੀ ਗੱਲ ਕਰਦੇ ਆ ਤਾਂ ਪੰਜਾਬ ਦੀਆਂ ਜਥੇਬੰਦੀਆਂ ਦੇ ਉੱਪਰ ਵੀ ਕਾਫੀ ਉਂਗਲਾਂ ਉੱਠੀਆਂ ਕਿ ਪੰਜਾਬ ਦੀ ਜਥੇਬੰਦੀ ਜਾ ਕੇ ਨਹੀਂ ਖੜੀ। ਉਹ ਵਿਦਵਾਨਾਂ ਨੂੰ ਫਿਰ ਕੀ ਜਵਾਬ ਦਿਓਗੇ ਜਿਹੜੇ ਵਿਦਵਾਨ ਇਹ ਜਿਹੀਆਂ ਉਂਗਲਾਂ ਉਠਾ ਰਹੇ ਨੇ? ਜਿਹੜੇ ਬੰਦੇ ਕਿਸਾਨ ਆਗੂਆਂ ਨੂੰ ਨਹੀਂ ਜਾਣਦੇ ਉਹਨਾਂ ਨੂੰ ਲੱਗਦਾ ਨਹੀਂ ਗਿਆ। ਅਸੀਂ ਸਿੰਘੂ ਮੋਰਚੇ ਤੇ ਬੈਠ ਕੇ ਮੀਟਿੰਗ ਕਰ ਰਹੇ ਸੀ, ਜਿਹੜੇ 5 ਆਗੂ ਅਸੀਂ ਭੇਜੇ ਸੀ ਉਹ ਉੱਥੇ ਬੈਠੇ ਹੋਏ ਸੀ, ਉੱਥੇ ਰਿਪੋਰਟ ਦੇ ਰਹੇ ਸੀ ਔਰ ਨਾਲ ਦੀ ਨਾਲ ਸਾਨੂੰ ਮੋਰਚਾ ਵੀ ਖਾਲੀ ਛੱਡਣ ਦੀ ਬੜੀ ਚਿੰਤਾ ਸੀ ਕਿ ਜੇ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਬਿਆਨ ਦੇ ਰਿਹਾ ਕਿ ਡਾਂਗਾ ਤਿਆਰ ਕਰ ਲਓ, ਔਰ ਕੁਝ ਇਹੋ ਜਿਹੀਆਂ ਸ਼ਰਾਰਤਾਂ ਹੋਰ ਵੀ ਸਾਡੇ ਕੋਲ ਖਬਰਾਂ ਸੀ ਕਿ ਜੇ ਸਾਰੇ ਉਧਰ ਭੱਜ ਜਾਣਗੇ, ਉਲਝ ਜਾਣਗੇ ਤਾਂ ਲੱਗਦਾ ਪਿੱਛੋਂ ਨਾ ਕੋਈ ਨੁਕਸਾਨ ਹੋ ਜੇ। ਜੇ ਹੁਣ ਦੀ ਗੱਲ ਕਰਦੇ ਹਾਂ ਤਾਂ ਪੋਲੀਟੀਕਲ ਪਾਰਟੀਆਂ ਵੀ ਉੱਥੇ ਪਹੁੰਚ ਗਈਆਂ ਨੇ। ਪੋਲੀਟੀਕਲ ਪਾਰਟੀਆਂ ਨੂੰ ਕੀ ਸਮਝਦੇ ਹੋ ਫਿਰ? ਕਿਸਾਨਾਂ ਦੇ ਨਾਂ ਹਤੈਸ਼ੀ ਸਮਝਦੇ ਹੋ ਜਾਂ ਫਿਰ ਕਿਸਾਨ ਵਿਰੋਧੀ ਸਮਝਦੇ ਹੋ? ਲਖੀਮਪੁਰ ਖੀਰੀ ਦੇ ਵਿੱਚ ਹਰ ਇੱਕ ਪਾਰਟੀ ਪਹੁੰਚੀ ਹੈਗੀ। ਦੇਖੋ ਪਰਿਵਾਰ ਨਾਲ ਘਟਨਾ ਵਾਪਰ ਗਈ, ਜੇ ਹੁਣ ਤੋਂ ਤੇ ਸੰਯੁਕਤ ਮੋਰਚਾ ਇਹ ਕਹਿੰਦਾ ਵੀ ਅਸੀਂ ਇੱਥੇ ਰਾਜਨੀਤਿਕ ਲੋਕ ਨਹੀਂ ਵੜਨ ਦਿੰਦੇ, ਤੁਸੀਂ ਦੱਸੋ ਸਹੀ ਗੱਲ ਨਹੀਂ ਸੀ? ਕਿਉਂਕਿ ਉਹ ਇਹੋ ਜਿਹਾ ਮਾਹੌਲ ਸੀ, ਉੱਥੇ ਕੋਈ ਦੁੱਖ ਪ੍ਰਗਟ ਕਰਨ ਜਾ ਰਿਹਾ ਹੈ, ਉਹਦੀ ਜ਼ਿੰਮੇਵਾਰੀ ਪਰਿਵਾਰ ਜਦੋਂ ਕਹਿੰਦਾ ਵੀ ਕੋਈ ਗੱਲ ਨਹੀਂ ਆਉਣ ਦਿਓ, ਅਸੀਂ ਕਿਵੇਂ ਰੋਕ ਸਕਦੇ ਕਿਸੇ ਨੂੰ? ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਇਸ ਵਕਤ ਗੱਲ ਕਰੀਏ ਤਾਂ ਕਿਸਾਨੀ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਨੇ ਤੇ ਕਿਸਾਨੀ ਮੋਰਚਾ ਸਿਖਰਾਂ ਤੇ ਆ। ਤਾਂ ਗੱਲਬਾਤ ਕਰਾਂਗੇ, ਸਾਡੇ ਨਾਲ ਕਿਰਪਾ ਸਿੰਘ ਜਿਹੜੇ ਕਿਸਾਨ ਆਗੂ ਨੇ ਉਹ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਖਰ ਮੋਰਚਾ ਕਿੱਥੇ ਜੇ ਖੜਾ ਦੇਖਦੇ ਆ ਤੇ ਕੀ ਗੱਲਬਾਤ ਆ? ਕਿਰਪਾ ਸਿੰਘ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸਵਾਗਤ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਸਿੰਘ ਜੀ ਇਹ ਗੱਲ ਕਰੀਏ ਤਾਂ ਕਿਸਾਨੀ ਮੋਰਚੇ ਨੂੰ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਇਸ ਵਕਤ ਕਿੱਥੇ ਖੜਾ ਦੇਖਦੇ ਹੋ? ਦੇਖੋ ਜੇ ਮੋਰਚੇ ਦੀ ਗੱਲ ਕਰੀਏ 10 ਮਹੀਨੇ ਪਹਿਲਾਂ ਅਸੀਂ ਪੰਜਾਬ ਵਿੱਚ ਲੜ ਰਹੇ ਸੀ, ਉਸ ਤੋਂ ਬਾਅਦ ਹਰਿਆਣੇ 'ਚ ਚਲੇ ਗਏ, ਯੂਪੀ 'ਚ ਚਲੇ ਗਏ, ਰਾਜਸਥਾਨ ਚਲੇ ਗਏ, ਪਰ ਇਸ ਵਕਤ ਜਿਹੜਾ ਇਹ ਪੂਰਾ ਅੰਦੋਲਨ ਹੈ, ਕੱਲ ਜਿਹੜੇ ਦੇਸੀ ਦੇਖਿਆ ਜਿਹੜੇ ਸਾਡੇ ਯੂਪੀ ਦੇ ਵਿੱਚ ਸ਼ਹੀਦ ਹੋਏ ਉਹਨਾਂ ਦੀ ਸ਼ਰਧਾਂਜਲੀ ਲਈ ਪੂਰੇ ਭਾਰਤ ਵਿੱਚ ਇਸ ਵਕਤ ਕੈਂਡਲ ਮਾਰਚ, ਰੋਸ ਪ੍ਰਦਰਸ਼ਨ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਦਰਸ਼ਨ ਨੇ ਸ਼ਹੀਦਾਂ ਦੀ ਯਾਦ ਵਿੱਚ ਇਹ ਅੰਦੋਲਨ ਨੂੰ ਸਮਰਪਿਤ ਸਾਰੇ ਲੋਕ ਕੱਢ ਰਹੇ ਨੇ, ਪੂਰੇ ਭਾਰਤ ਦੇ ਲੋਕ ਕੱਢ ਰਹੇ ਨੇ। ਔਰ ਅਸੀਂ ਦੇਖਦੇ ਕਿ ਇਸ ਵਕਤ ਜਿਹੜਾ ਅੰਦੋਲਨ ਹੈ ਜੇ ਲੋਕਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਪੂਰੇ ਭਾਰਤ ਵਿੱਚ ਫੈਲ ਰਿਹਾ। ਕਿਉਂਕਿ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਪਿਛਲੇ ਦਿਨੀ ਸਾਡੇ ਨਾਲ ਲੁਧਿਆਣੇ ਇੱਕ ਮੀਟਿੰਗ ਹੋਈ ਹੈ ਪੂਰੇ ਭਾਰਤ ਦੇ ਵਪਾਰੀ ਮੰਡਲ ਦੀ, ਜਿੰਦੇ ਵਿੱਚ 8 ਕਰੋੜ ਜਿਹੜੇ GST ਰਜਿਸਟਰਡ ਵਪਾਰੀ ਹੈ ਉਹਨਾਂ ਸਾਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਔਰ ਉਹਨਾਂ ਇਹ ਪਛਤਾਵਾ ਵੀ ਕੀਤਾ ਕਿ ਇਹ ਅੰਦੋਲਨ 'ਚ ਸਾਡੀ ਜਿਹੜੀ ਪ੍ਰਵੇਸ਼ ਜਿਹੜਾ ਲੇਟ ਹੋਇਆ
ਅਸੀਂ ਇਸ ਲਈ ਖਿਮਾ ਮੰਗਦੇ। ਇਹ ਸਾਡੀ ਵੀ ਲੜਾਈ ਹੈ, ਇਹ ਹਰ ਨਾਗਰਿਕ ਦੀ ਲੜਾਈ ਹੈ। ਔਰ ਮੈਂ ਸਮਝਦਾ ਇਸ ਵਕਤ ਜਿਹੜਾ ਸਰਕਾਰ ਤੇ ਇਸ ਅੰਦੋਲਨ ਦਾ ਬਹੁਤ ਵੱਡਾ ਪ੍ਰੈਸ਼ਰ ਹੈ ਔਰ ਛੇਤੀ ਤੋਂ ਛੇਤੀ ਮੈਨੂੰ ਲੱਗਦਾ ਕਿ ਇਹ ਸਰਕਾਰ ਸਾਡੇ ਨਾਲ ਗੱਲ ਵੀ ਕਰੂਗੀ। ਸਰਕਾਰ ਦੀ ਗੱਲ ਕਰੀ ਆ ਤਾਂ ਜਦੋਂ ਇੱਕ ਬਿਆਨ ਆਉਂਦਾ ਨਰਿੰਦਰ ਸਿੰਘ ਤੋਮਰ ਦਾ, ਜਿਹੜੇ ਖੇਤੀਬਾੜੀ ਮੰਤਰੀ ਆ, ਉਹ ਕਹਿੰਦੇ ਵੀ ਸਾਡੇ ਨਾਲ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਪਰ ਕਿਸਾਨ ਆਗੂ ਨਹੀਂ ਮੰਨ ਰਹੇ। ਇਹਦਾ ਕੀ ਕਹੋਗੇ ਫਿਰ? ਇਹ ਵੇਖੋ, ਇਹ ਉਹਨਾਂ ਦੀ ਦੋਹਰੀ ਨੀਤੀ ਹੁੰਦੀ ਬੀਜੇਪੀ ਦੀ। ਖਾਸ ਕਰਕੇ ਜਿਹੜੀ ਬੀਜੇਪੀ ਪਾਰਟੀ ਹੈ ਉਹ ਹਮੇਸ਼ਾ ਦੋ ਰਣਨੀਤੀਆਂ ਨਾਲ ਚੱਲਦੀ ਹੈ। ਇੱਕ ਪਾਸੇ ਤਾਂ ਉਹ ਹਮੇਸ਼ਾ ਇਹ ਕਹਿੰਦੇ ਆ ਕਿ ਅਸੀਂ ਇਹਨਾਂ ਦੀਆਂ ਗੱਲਾਂ ਮੰਨਣ ਲਈ ਤਿਆਰ ਹਾਂ, ਇਹ ਆਣ ਕੇ ਬੈਠਣ, ਪਰ ਦੂਜੇ ਪਾਸੇ ਖੇਤੀ ਮੰਤਰੀ ਪਤਾ ਨਹੀਂ ਕਿਸ ਹਿਸਾਬ ਨਾਲ, ਅਸੀਂ ਤਾਂ ਉਹ ਸਮਝਦੇ ਨਹੀਂ ਵੀ ਉਹ ਖੇਤੀ ਮੰਤਰੀ ਦੇ ਯੋਗ ਵੀ ਬੰਦਾ ਹੈਗਾ, ਕਿਉਂਕਿ ਇੱਕ ਖੇਤੀ ਮੰਤਰੀ ਦਾ ਇਹ ਮਸਲਾ ਹੈ। ਪਰ ਖੇਤੀ ਮੰਤਰੀ ਇੱਕ ਮੋਹਰ ਦੀ ਵਜੋਂ ਕੰਮ ਕਰ ਰਿਹਾ। ਅਸੀਂ ਮੀਟਿੰਗਾਂ ਵਿੱਚ ਵੀ ਤੁਹਾਨੂੰ ਪਤਾ ਜਾਂਦੇ ਰਹੇ, ਮੀਟਿੰਗਾਂ ਵਿੱਚ ਵੀ ਉਹ ਇੱਕ ਮੋਹਰ ਦੀ ਤਰ੍ਹਾਂ ਕੰਮ ਕਰਦਾ। ਜਿਹੜੀ ਕਮਾਂਡ ਹੈ ਉਹਦੀ ਸਾਰੀ ਮੋਦੀ ਤੇ ਅਮਿਤ ਸ਼ਾਹ ਦੇ ਹੱਥ ਵਿੱਚ। ਜਦੋਂ ਅਮਿਤ ਸ਼ਾਹ ਨੂੰ ਜਿਵੇਂ ਕਹਿਣਗੇ ਉਵੇਂ ਬੋਲ ਦੇਗਾ। ਜਿਸ ਦਿਨ ਅਮਿਤ ਸ਼ਾਹ ਨੇ ਕਹਿਤਾ ਵੀ ਕਾਨੂੰਨ ਰੱਦ ਹੈ ਤੇ ਖੇਤੀ ਮੰਤਰੀ ਨੇ 1 ਮਿੰਟ 'ਚ ਬਿਆਨ ਰੱਦ ਦਾ ਦੇ ਦੇਣਾ। ਖੇਤੀ ਮੰਤਰੀ ਦੇ ਬਿਆਨ ਨੂੰ ਅਸੀਂ ਬਹੁਤਾ ਸੀਰੀਅਸ ਕਦੀ ਲਿਆ ਵੀ ਨਹੀਂ ਜੀ। ਤਾਂ 11 ਤੋਂ ਵੱਧ ਮੀਟਿੰਗਾਂ ਨੇ ਜਿਹੜੀਆਂ ਹੋ ਗਈਆਂ ਨੇ। 22 ਜਨਵਰੀ ਤੋਂ ਬਾਅਦ ਜਿਹੜੀ ਗੱਲਬਾਤ ਆ ਉਹ ਸਰਕਾਰ ਕਰਨ ਨੂੰ ਤਿਆਰ ਨਹੀਂ, ਤੇ 700 ਤੋਂ ਵੱਧ ਜਿਹੜੇ ਸ਼ਹੀਦ ਨੇ ਕਿਸਾਨ ਉਹ ਹੋ ਗਏ ਨੇ। ਉਹਨਾਂ ਨਾਲ ਕੀ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕਰੀ ਸਰਕਾਰ ਦੇ ਨਾਲ ਵੀ ਯਾਰ ਸਾਡੇ ਜਿਹੜੇ ਕਿਸਾਨ ਨੇ ਉਹ ਇੰਨੇ ਸ਼ਹੀਦ ਹੋ ਗਏ ਨੇ ਤੇ ਕੋਈ ਗੱਲਬਾਤ ਨਹੀਂ ਹੋ ਰਹੀ? ਵੇਖੋ, ਜਿੱਥੋਂ ਤੱਕ ਰਾਬਤਾ, ਕਿਸਾਨ ਆਗੂ ਤਾਂ ਰਾਬਤਾ ਕਰ ਨਹੀਂ ਸਕਦੇ। ਸਰਕਾਰ ਨੂੰ ਹਰ ਚੀਜ਼ ਦਾ ਪਤਾ ਹੁੰਦਾ। ਸਰਕਾਰ ਨੂੰ ਪੰਜਾਬ ਦੇ ਵਿੱਚ ਛੋਟੇ ਕੇਸ, ਛੋਟੇ ਆਪਣੇ ਕੋਲੋਂ ਮਨ ਘੜਤ ਕਹਾਣੀਆਂ ਬਣਾ ਕੇ ਆਰਡੀਡੈਕਸ ਨੌਜਵਾਨਾਂ ਤੇ ਪਾਏ ਜਾ ਰਹੇ ਨੇ, ਝੂਠੇ ਕੇਸ ਪਾ ਰਹੇ ਨੇ। ਉਹਨਾਂ ਨੂੰ ਹਰ ਚੀਜ਼ ਦਾ ਪਤਾ। ਇਹ ਵੀ ਖੇਤੀ ਮੰਤਰੀ ਦਾ ਬਿਆਨ ਸੀ ਕਿ ਸਾਨੂੰ ਪਤਾ ਨਹੀਂ ਕਿੰਨੇ ਕਿਸਾਨ ਸ਼ਹੀਦ ਹੋ ਗਏ, ਪਰ ਇਹ ਜੇ ਸਰਕਾਰ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜਾਂ ਉਹਨਾਂ ਨੂੰ ਅਸੀਂ ਦੱਸੀਏ ਵੀ ਬੜੀ, ਇਹ ਤਾਂ ਸਰਕਾਰ ਵਾਸਤੇ ਅਸੀਂ ਫਿਰ ਚੀਨ ਨਾਲ ਅਸੀਂ ਗੱਲ ਕਰਦੇ, ਯੁੱਧ ਲੜਾਂਗੇ, ਪਾਕਿਸਤਾਨ ਲੜਾਂਗੇ, ਸਾਡੀਆਂ ਖੂਫੀਆ ਏਜੰਸੀਆਂ, ਸਾਨੂੰ ਇਹ ਸਮਝ ਨਹੀਂ ਆਉਂਦੀ ਉਹ ਕਿਸ ਆਧਾਰ ਤੇ ਬਿਆਨ ਦੇ ਜਾਂਦੇ ਨੇ। ਪਰ ਅਸੀਂ ਰਾਬਤਾ ਇਸ ਤੌਰ ਤੇ ਨਹੀਂ ਕਰਾਂਗੇ ਕਿ ਸਾਡੇ ਕਿਸਾਨ ਸ਼ਹੀਦ ਹੋਏ ਨੇ। ਉਹ ਠੀਕ ਹੈ, ਸਾਡਾ ਮੋਰਚਾ ਉਹਨਾਂ ਨੂੰ ਸ਼ਹੀਦ ਬਣਦਾ, ਸਾਡੇ ਸ਼ਹੀਦ ਨੇ, ਅਸੀਂ ਉਹਨਾਂ ਨੂੰ ਪੂਰੀ ਸਾਡਾ ਨਮਨ ਹੈ। ਪਰ ਜਿਹੜੀ ਗੱਲ ਸਰਕਾਰ ਨਾਲ ਗੱਲਬਾਤ ਦੀ, ਉਹ ਸਰਕਾਰ ਦੇਖੇ ਕਦੋਂ ਕਰਨੀ ਆ ਕਦੋਂ ਨਹੀਂ ਕਰਨੀ। ਅਸੀਂ ਤਿਆਰ ਆ। ਅੱਜ ਤੱਕ ਕਿਸਾਨ ਆਗੂਆਂ ਨੇ ਕਦੀ ਨਹੀਂ ਕਿਹਾ ਵੀ ਸਰਕਾਰ ਗੱਲ ਕਰੇ ਤੇ ਅਸੀਂ ਜਾਣ ਨੂੰ ਤਿਆਰ ਨਹੀਂ। ਸਰਕਾਰ ਜਦੋਂ ਕਹੇਗੀ ਅਸੀਂ ਤਿਆਰ ਆ ਗੱਲ ਕਰਨ ਲਈ। ਮੁੱਦਾ ਕਾਫੀ ਸੀਰੀਅਸ ਹੋ ਗਿਆ। 6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਕਿਸਾਨ ਤਾਂ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਪਰ ਸਰਕਾਰਾਂ ਨੇ ਜਿਹੜੀਆਂ ਗੱਲ ਕਰਨ ਨੂੰ ਤਿਆਰ ਨਹੀਂ। ਤੇ ਕਿਸਾਨ ਆਗੂ ਕਹਿੰਦੇ ਵੀ ਅਸੀਂ ਬਿੱਲ ਜਿਹੜੇ ਉਹ ਰੱਦ ਕਰਾ ਕੇ ਜਾਵਾਂਗੇ। ਸਰਕਾਰ ਕਹਿੰਦੀ ਅਸੀਂ ਸੋਧ ਕਰ ਦਿਆਂਗੇ। ਇਹ ਗੱਲ ਆਈ ਵਾਰ ਸੁਣਨ ਨੂੰ ਮਿਲਦੀ ਆ, ਅੱਗੇ ਕਿੰਨਾ ਟਾਈਮ ਸੁਣਨ ਨੂੰ ਮਿਲੂਗੀ? ਵੇਖੋ, ਸਰਕਾਰ ਨੂੰ ਪਤਾ ਹੈ ਇੱਕ ਗੱਲ ਦਾ ਕਿ ਇਹ ਜਿਹੜੇ ਹੁਣ ਕਿਸਾਨ ਨੇ ਇਹ ਬਿਨਾਂ ਰੱਦ ਕਰਾਏ ਤੋਂ ਵਾਪਸ ਨਹੀਂ ਜਾਣਗੇ। ਉਹ ਹੁਣ ਰੱਦ ਤਾਂ ਕਰੂਗੀ, ਪਰ ਉਹ ਇੱਕ ਵਾਰੀ ਜ਼ੋਰ ਲਾ ਰਹੀ ਹੈ, ਪਹਿਲਾਂ ਵੀ ਜ਼ੋਰ ਲਾਉਂਦੀ ਕਿ ਅੰਦੋਲਨ ਨੂੰ ਖਿਲਾਰਿਆ ਜਾਵੇ, ਬਦਨਾਮ ਕੀਤਾ ਜਾਵੇ। ਜਿਹੜਾ ਹੁਣ ਯੂਪੀ ਦੇ ਵਿੱਚ ਕਾਂਡ ਹੋਇਆ ਹੈ, ਕਾਂਡ ਤੋਂ ਬਾਅਦ ਸਾਡੇ ਸਾਰੇ ਜਿੰਨੇ ਕਿਸਾਨ ਆਗੂ ਸੀ ਉਹ ਮੀਟਿੰਗ 'ਚ ਬੈਠੇ ਸੀ। ਕੁਛ ਟੀਮ ਯੂਪੀ 'ਚ ਕੰਮ ਕਰ ਰਹੀ ਸੀ। ਸਾਨੂੰ ਇਹ ਪੂਰਾ ਇੰਸ਼ੋਰ ਸੀ ਕਿ ਇਸ ਵਕਤ ਸਰਕਾਰ ਸਾਨੂੰ ਲਿਜਾ ਕੇ ਨਾਲ ਦੀ ਨਾਲ ਮੁੱਖ ਮੰਤਰੀ ਜਿਹੜਾ ਹਰਿਆਣੇ ਦਾ ਖੱਟੜ ਹੈ, ਉਹਦਾ ਵੀ ਬਿਆਨ ਆਉਂਦਾ ਕਿ ਆਪਣੀਆਂ ਡਾਂਗਾਂ ਤਿਆਰ ਰੱਖੋ। ਇਹ ਸਾਰਾ ਅਸੀਂ ਧਿਆਨ ਵਿੱਚ ਸੀ ਕਿ ਸਰਕਾਰ ਇਸ ਵਕਤ ਕੋਈ ਦੰਗਾ ਕਰਾ ਸਕਦੀ ਹੈ। ਹੋ ਸਕਦਾ, ਮੈਂ ਤੁਹਾਡੇ ਚੈਨਲ ਜ਼ਰੀਏ ਕਹਿ ਰਿਹਾ ਅੱਜ ਵੱਡੀ ਗੱਲ, ਕਿ ਹੋ ਸਕਦਾ ਕਿ ਬੀਜੇਪੀ ਆਪਣਾ ਹੀ ਕੋਈ ਨੁਕਸਾਨ ਵੱਡਾ ਕਰਾ ਦੇਵੇ ਤੇ ਜਿਹੜਾ ਕਿਸਾਨਾਂ ਤੇ ਪਾਇਆ ਜਾਵੇ। ਅਸੀਂ ਤਾਂ ਹੀ ਬਾਰ-ਬਾਰ ਅਪੀਲ ਕਰਦੇ ਹਾਂ। ਯੂਪੀ ਵਾਲੇ ਉਸ ਕਾਂਡ ਨਾਲ ਵੀ ਸਾਨੂੰ ਲੱਗਦਾ ਸੀ ਵੀ ਹੁਣ ਜਿਹੜੀ ਬੀਜੇਪੀ ਉਹ ਹਿੰਦੂ, ਸਿੱਖ ਜਾਂ ਇਹਨੂੰ ਜਾਤੀਵਾਦ ਦਾ ਦੰਗਾ ਬਣਾ ਕੇ ਪੇਸ਼ ਕਰੂਗੀ, ਪਰ ਅਸੀਂ ਉੱਥੇ ਸਾਡੇ ਕਿਸਾਨ ਆਗੂਆਂ ਨੇ ਬੜੀ ਸੰਜੀਦਗੀ ਦੇ ਨਾਲ, ਸਾਡੇ ਹਿੰਦੂ ਕਿਸਾਨ ਲੀਡਰ ਸੀ ਜਿਹੜੇ ਟਕੈਤ ਸਾਹਿਬ ਜਾਂ ਹਰਿਆਣੇ ਦੇ, ਉਹਨਾਂ ਨੂੰ ਅੱਗੇ ਲਾ ਕੇ ਅਸੀਂ ਇਹ ਫੈਸਲਾ ਨਿਬੇੜਨ ਦੀ ਕੋਸ਼ਿਸ਼ ਕੀਤੀ। ਔਰ ਜਿਹੜਾ ਫੈਸਲਾ ਹੋਇਆ ਤੁਸੀਂ ਸੁਣਿਆ ਕਿ ਜਿੰਨਾ ਵੀ ਉੱਥੇ ਇਲਾਕੇ ਦੇ ਮੋਹਦਵਾਰ ਬੰਦੇ ਸੀ ਜਾਂ ਜਿੰਨਾ ਪਰਿਵਾਰ ਸੀ, ਕਿਸਾਨ ਆਗੂ ਸਿਰਫ ਉੱਥੇ ਇੱਕ ਕੰਮ ਕਰ ਰਹੇ ਸੀ ਕਿ ਮੌਜੂਦਗੀ ਸੀ ਕਿਸਾਨ ਮੋਰਚੇ ਦੀ ਵੀ ਅਸੀਂ ਇੱਥੇ ਨਾਲ ਖੜੇ ਹਾਂ। ਪਰ ਜੋ ਨਾ ਅੱਖਰ ਬਾਈ ਅੱਖਰ FIR ਦਰਜ ਕਰਾਈ, ਜੋ ਪੈਸਿਆਂ ਦਾ ਮਸਲਾ ਸੀ ਜਾਂ ਉਹਦੇ ਬੇਟੇ ਨੂੰ ਗ੍ਰਿਫਤਾਰ ਕਰਨ ਦੀ ਗੱਲ ਸੀ ਜਾਂ ਉਹਨੂੰ ਬਰਖਾਸਤ ਕਰਨ ਮੰਤਰੀ ਨੂੰ ਗੱਲ ਸੀ, ਅਸੀਂ ਇਲਾਕੇ ਦੇ ਨਾਲ, ਉੱਥੋਂ ਦੇ ਸੰਗਤਾਂ ਦੇ ਨਾਲ, ਕਿਸਾਨਾਂ ਦੇ ਜਿਹੜੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਸਾਡਾ ਮੋਰਚਾ ਪਹਿਲਾਂ ਵੀ ਖੜਾ। ਔਰ ਅੱਜ ਵੀ ਅਸੀਂ ਇੱਕ ਮੀਟਿੰਗ ਕਰਕੇ ਕੀਤਾ ਵੀ ਜਿੰਨੇ ਉਹ ਕਾਨੂੰਨ, ਅਸੀਂ ਉਹਨਾਂ ਦੀ ਲੜਾਈ ਲੜਨੀ, ਕਾਨੂੰਨੀ ਲੜਾਈ, ਉਹ ਸਾਡਾ ਕਿਸਾਨ ਮੋਰਚਾ ਲੜੂਗਾ। ਉਸ ਤੋਂ ਅਸੀਂ 1 ਮਿੰਟ ਵੀ ਪਿੱਛੇ ਨਹੀਂ ਪਰਿਵਾਰਾਂ ਤੋਂ ਹਟਾਂਗੇ। ਬਾਕੀ ਸਰਕਾਰ ਨੇ ਹੁਣ ਇਹ ਦੇਖਣਾ, ਸਰਕਾਰ ਤਾਂ ਚਾਹੁੰਦੀ ਹੈ ਕਿ ਇਹ ਥੱਕ ਜਾਣ ਜਾਂ ਆਪਸ ਵਿੱਚ ਉਲਝ ਜਾਣ ਜਾਂ ਇਹ ਅੱਕ ਕੇ ਤੋਂ ਚਲੇ ਜਾਣ, ਪਰ ਅਸੀਂ ਨਾ ਇੱਕ ਉਸ ਤੋਂ ਪਹਿਲਾਂ ਕਿ ਆ ਜਿਹੜੀ ਅੱਜ ਵਾਲੀ ਰੈਲੀ ਹੈ
ਇਹ ਕੀ ਦਿਖਾ ਰਹੀ ਹੈ? ਇਹ ਇਹੀ ਦਿਖਾ ਰਹੀ ਕਿ ਨਾ ਕਿਸਾਨ ਪਹਿਲਾਂ ਅੱਕੇ ਸੀ, ਨਾ ਹੁਣ ਅੱਕੇ ਆ, ਨਾ ਥੱਕੇ ਸੀ, ਨਾ ਹੁਣ ਥੱਕੇ ਆ। ਇਹ ਸਾਡਾ ਜੋਸ਼ ਬਰਕਰਾਰ ਹੈ ਔਰ ਜਿੰਨਾ ਚ ਕਾਨੂੰਨ ਵਾਪਸ ਨਹੀਂ ਹੁੰਦੇ, ਸਰਕਾਰ ਨੂੰ ਪਤਾ ਵੀ ਹੈ ਵੀ ਇਹਨਾਂ ਵਾਪਸ ਨਹੀਂ ਜਾਣਾ। ਹੁਣ ਸਰਕਾਰ ਦੇਖਦੀ ਪਈ ਹੈ ਵੀ ਇਹ ਐਲਾਨ ਅਸੀਂ ਕਦੋਂ ਕਰੀਏ। ਲਖੀਮਪੁਰ ਖੀਰੀ ਦੀ ਘਟਨਾ ਨੇ ਪੂਰੇ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ। ਲਖੀਮਪੁਰ ਖੀਰੀ ਦੀ ਜੇ ਘਟਨਾ ਦੀ ਗੱਲ ਕਰਦੇ ਆ ਤਾਂ ਪੰਜਾਬ ਦੀਆਂ ਜਥੇਬੰਦੀਆਂ ਦੇ ਉੱਪਰ ਵੀ ਕਾਫੀ ਉਂਗਲਾਂ ਉੱਠੀਆਂ ਕਿ ਪੰਜਾਬ ਦੀ ਜਥੇਬੰਦੀ ਜਾ ਕੇ ਨਹੀਂ ਖੜੀ। ਉਹ ਵਿਦਵਾਨਾਂ ਨੂੰ ਫਿਰ ਕੀ ਜਵਾਬ ਦੇਵੋਗੇ ਜਿਹੜੇ ਵਿਦਵਾਨ ਇਹ ਜਿਹੀਆਂ ਉਂਗਲਾਂ ਉਠਾ ਰਹੇ ਨੇ? ਵੇਖੋ ਤੁਸੀਂ ਦੇਖੋ, ਇਹ ਜਿਵੇਂ ਚੰਨੀ ਸਾਹਿਬ ਗਏ ਆ, ਮੈਂ ਇੱਕ ਰਾਜਨੀਤਿਕ ਤੌਰ ਤੇ ਬੰਦੇ ਦੀ ਗੱਲ ਕਰਨਾ, ਉਹ ਇਕੱਲੇ ਗਏ ਪਰ ਉਹ ਸਾਰੀ ਕਾਂਗਰਸ ਨੂੰ ਪ੍ਰੈਜ਼ੈਂਟ ਕਰ ਰਹੇ ਨੇ। ਜਿਵੇਂ ਰਾਹੁਲ ਗਾਂਧੀ ਗਏ ਜਾਂ ਉੱਥੋਂ ਦੇ ਆਪਣੇ ਯੂਪੀ ਦੇ ਲੀਡਰ ਗਏ। ਵੇਖੋ ਜਿਹੜਾ ਸਾਡੇ ਕਿਸਾਨ ਮੋਰਚੇ ਨੇ ਜਿਹੜੇ ਬੰਦਿਆਂ ਦੀ ਡਿਊਟੀ ਲਾਈ, ਜਿਹੜੇ ਬੰਦੇ ਕਿਸਾਨ ਆਗੂਆਂ ਨੂੰ ਨਹੀਂ ਜਾਣਦੇ ਉਹਨਾਂ ਨੂੰ ਲੱਗਦਾ ਨਹੀਂ ਗਿਆ, ਪਰ ਪੱਤਰਕਾਰ ਜਿਹੜਾ ਭਾਈਚਾਰਾ ਖਾਸ ਤੌਰ ਤੇ ਪੰਜਾਬ ਦਾ ਉਹ ਜਾਣਦੇ ਨੇ ਕਿ ਸਾਡੇ ਵਜੀਦਪੁਰ ਸਾਹਿਬ ਜਿਹੜੇ ਨੇ ਕੁਲਦੀਪ ਸਿੰਘ ਉਹ ਗਏ, ਰਵਿੰਦਰ ਪਟਿਆਲਾ ਜੀ ਗਏ, ਉਸ ਤੋਂ ਇਲਾਵਾ ਰੁਲਦੂ ਸਿੰਘ ਮਾਨਸਾ ਨੂੰ ਤੁਰੰਤ ਅਸੀਂ ਉੱਥੇ ਭੇਜਿਆ। ਸਾਡੀ ਟੀਮ, ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਸਾਰੇ ਪਾਸੇ ਧਿਆਨ ਰੱਖ ਰਹੀ ਸੀ। ਅਸੀਂ ਸਿੰਘੂ ਮੋਰਚੇ ਤੇ ਬੈਠ ਕੇ ਮੀਟਿੰਗ ਕਰ ਰਹੇ ਸੀ। ਜਿਹੜੇ 5 ਆਗੂ ਅਸੀਂ ਭੇਜੇ ਸੀ ਉਹ ਉੱਥੇ ਬੈਠੇ ਹੋਏ ਸੀ, ਉੱਥੇ ਰਿਪੋਰਟ ਦੇ ਰਹੇ ਸੀ ਔਰ ਨਾਲ ਦੀ ਨਾਲ ਸਾਨੂੰ ਮੋਰਚਾ ਵੀ ਖਾਲੀ ਛੱਡਣ ਦੀ ਬੜੀ ਚਿੰਤਾ ਸੀ ਕਿ ਜੇ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਬਿਆਨ ਦੇ ਰਿਹਾ ਕਿ ਡਾਂਗਾ ਤਿਆਰ ਕਰ ਲਓ ਔਰ ਕੁਝ ਇਹੋ ਜਿਹੀਆਂ ਸ਼ਰਾਰਤਾਂ ਹੋਰ ਵੀ ਸਾਡੇ ਕੋਲ ਖਬਰਾਂ ਸੀ ਕਿ ਜੇ ਸਾਰੇ ਉਧਰ ਭੱਜ ਜਾਣਗੇ, ਉਲਝ ਜਾਣਗੇ ਤਾਂ ਲੱਗਦਾ ਪਿੱਛੋਂ ਨਾ ਕੋਈ ਨੁਕਸਾਨ ਹੋ ਜੇ। ਪਰ ਅਸੀਂ ਜ਼ਿੰਮੇਵਾਰੀ ਦੇ ਨਾਲ ਸਾਡੇ ਕਿਸਾਨ ਆਗੂ, ਇਹ ਨਹੀਂ ਜ਼ਰੂਰੀ ਹੁਣ ਵੀ ਵੇਖੋ ਤੁਸੀਂ ਸਿਆਣੇ ਹੋ, ਹਰ ਥਾਂ ਤੇ ਰਾਜੇਵਾਲ ਸਾਹਿਬ ਜਾਣ ਤੇ ਉਹ ਚਿਹਰਾ ਦਿਸਦਾ ਹੈ। ਰਾਜੇਵਾਲ ਸਾਹਿਬ ਚਲੇ ਜਾਂਦੇ ਸ਼ਾਇਦ ਸਾਰੇ ਚੁੱਪ ਨਾਕ ਬੋਲਦੇ ਵੀ ਨਹੀਂ ਕੋਈ ਗਿਆ, ਪਰ ਜਿਹੜੀ ਸਾਡੀ ਸੀਨੀਅਰ ਟੀਮ ਸੀ 32 ਦੀ, ਉਹਦੇ ਵਿੱਚੋਂ 5 ਆਗੂ ਉੱਥੇ ਪਹਿਲੇ ਦਿਨ ਤੋਂ ਘਟਨਾ ਤੋਂ ਤੁਰੰਤ ਬਾਅਦ ਜਦੋਂ ਵੀ ਪਹੁੰਚਿਆ ਜਾ ਸਕਾ ਉੱਥੇ ਪਹੁੰਚ ਕੇ ਸਾਰੀ ਕਾਰਵਾਈ ਕੀਤੀ। ਜੋ ਇਲਾਕੇ ਦੇ ਮਹਾਂਪੁਰਸ਼, ਜਿੰਨੀਆਂ ਸਿੱਖ ਸੰਗਤਾਂ ਸੀ, ਜਿੰਨੇ ਕਿਸਾਨਾਂ ਦੇ ਪਰਿਵਾਰ ਸੀ, ਉਹਨਾਂ ਦੇ ਰਿਸ਼ਤੇਦਾਰ ਸੀ, ਸਾਰਿਆਂ ਨੇ ਜੋ ਜੋ ਮੰਗ ਕੀਤੀ ਵੀ FIR ਐਵੇਂ ਦਰਜ ਹੋਣੀ, ਅਸੀਂ ਐਵੇਂ ਕਰਾਉਣੀ, ਉਵੇਂ FIR ਦਰਜ ਹੋਈ। ਜੇ ਉਹਨਾਂ ਕਿਹਾ ਅਸੀਂ ਪੋਸਟਮਾਰਟਮ ਕਰਵਾਉਣਾ ਦੁਬਾਰਾ, ਪਰਿਵਾਰ ਨੇ ਮੰਗ ਸੀ ਤੇ ਸਾਰੇ ਕਿਸਾਨ ਆਗੂਆਂ ਨੇ ਇੱਥੋਂ ਫੈਸਲਾ ਕੀਤਾ ਕਿ ਹੋਣਾ ਚਾਹੀਦਾ। ਜਿਹੜੇ ਡਾਕਟਰਾਂ ਨੂੰ ਉੱਥੋਂ ਦੇ ਇਲਾਕੇ ਦੇ ਮੋਹਤਵਾਰ ਬੰਦਿਆਂ ਨੇ ਜਾਂ ਕਿਸਾਨ ਆਗੂਆਂ ਨੇ, ਲੋਕਲ ਜਿਹੜੇ ਆਗੂ ਸੀ, ਜਿਹੜੇ ਡਾਕਟਰਾਂ ਦੀ ਉਹਨਾਂ ਸਿਫਾਰਿਸ਼ ਕੀਤੀ, ਉਸ ਤੋਂ ਬਾਅਦ ਪਰਿਵਾਰ ਦੇ ਨਾਲ ਜੀ ਖਿਲਾਰੇ ਹੁੰਦੀ, ਵੀਡੀਓਗ੍ਰਾਫੀ ਹੋਈ, ਨਾਲ ਐਡਵੋਕੇਟ ਖੜੇ। ਅਸੀਂ ਕਿਸਾਨ ਮੋਰਚਾ ਕਿਤੇ ਵੀ ਜੇ ਹੁਣ ਕਹਿ ਦਈਏ ਕਿ ਪੰਜਾਬ ਵਾਲੇ ਨਹੀਂ ਗਏ, ਪੰਜਾਬ ਦੇ 5 ਆਗੂ ਉੱਥੇ ਸੀ ਔਰ ਸਾਰਾ ਕੰਟਰੋਲ ਇੱਥੋਂ ਬੈਠ ਕੇ ਗੱਲਬਾਤ ਕਰ ਰਹੇ ਸੀ ਆਪਣੇ ਆਗੂਆਂ ਨਾਲ ਵੀ ਕੀ ਹੋਣ ਜਾ ਰਿਹਾ, ਕੀ ਹੋ ਰਿਹਾ। ਔਰ ਜਿਹੜੀਆਂ ਸਾਡੇ ਕੋਲ, ਵੇਖੋ ਮੈਂ ਤੁਹਾਨੂੰ ਦੱਸਦਾ, ਸਾਡੇ ਕੋਲ ਬੜੇ ਕਿਸਾਨ ਔਰ ਸਿੱਖ ਭਾਈਚਾਰੇ ਦੇ ਲੋਕ ਸਾਡੇ ਕੋਲ ਸਿੰਘੂ ਬਾਰਡਰ ਤੇ ਮੀਟਿੰਗ ਵਿੱਚ ਆਉਂਦੇ ਆ। ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੇ ਉੱਪਰ ਕਾਫੀ ਉਂਗਲਾਂ ਉੱਠਦੀਆਂ ਰਹੀਆਂ ਨੇ ਅੱਜ ਤੱਕ। ਜੇ ਹੁਣ ਦੀ ਗੱਲ ਕਰਦੇ ਹਾਂ ਤਾਂ ਪੋਲੀਟੀਕਲ ਪਾਰਟੀਆਂ ਵੀ ਉੱਥੇ ਪਹੁੰਚ ਗਈਆਂ ਨੇ। ਪੋਲੀਟੀਕਲ ਪਾਰਟੀਆਂ ਨੂੰ ਕੀ ਸਮਝਦੇ ਹੋ ਫਿਰ? ਕਿਸਾਨਾਂ ਦੇ ਨਾਲ ਹਤੈਸ਼ੀ ਸਮਝਦੇ ਹੋ ਜਾਂ ਫਿਰ ਕਿਸਾਨ ਵਿਰੋਧੀ ਸਮਝਦੇ ਹੋ? ਲਖੀਮਪੁਰ ਖੀਰੀ ਦੇ ਵਿੱਚ ਹਰ ਇੱਕ ਪਾਰਟੀ ਪਹੁੰਚੀ ਹੈਗੀ। ਵੇਖੋ ਇੱਕ ਤਾਂ ਗੱਲ ਹੈਗੀ ਵੀ ਕਿਸਾਨਾਂ ਦੇ ਹੱਕ, ਅੱਜ ਤੱਕ ਮੈਂ ਕਹਿੰਦਾ ਕੋਈ ਰਾਜਨੀਤਿਕ ਪਾਰਟੀ ਨੇ ਕਿਸਾਨਾਂ ਨਾਲ ਹਮਦਰਦੀ ਨਹੀਂ ਦਿਖਾਈ। ਜੇ ਲੌਂਗ ਟਰਮ ਦੇਖੀਏ, ਜਿਹੜੇ ਸ਼ਾਰਟ ਦੇ ਵਿੱਚ ਸੀ, ਵੇਖੋ ਪਰਿਵਾਰ ਨਾਲ ਘਟਨਾ ਵਾਪਰ ਗਈ। ਜੇ ਹੁਣ ਤੋਂ ਤੇ ਸੰਯੁਕਤ ਮੋਰਚਾ ਇਹ ਕਹਿੰਦਾ ਵੀ ਅਸੀਂ ਇੱਥੇ ਰਾਜਨੀਤਿਕ ਲੋਕ ਨਹੀਂ ਵੜਨ ਦਿੰਦੇ, ਤੁਸੀਂ ਦੱਸੋ ਸਹੀ ਗੱਲ ਨਹੀਂ ਸੀ, ਕਿਉਂਕਿ ਉਹ ਇਹੋ ਜਿਹਾ ਮਾਹੌਲ ਸੀ। ਉੱਥੇ ਕੋਈ ਦੁੱਖ ਪ੍ਰਗਟ ਕਰਨ ਜਾ ਰਿਹਾ ਹੈ, ਉਹਦੀ ਜ਼ਿੰਮੇਵਾਰੀ ਪਰਿਵਾਰ ਜਦੋਂ ਕਹਿੰਦਾ ਵੀ ਕੋਈ ਗੱਲ ਨਹੀਂ ਆਉਣ ਦਿਓ, ਅਸੀਂ ਕਿਵੇਂ ਰੋਕ ਸਕਦੇ ਕਿਸੇ ਨੂੰ? ਜਿਹੜੀਆਂ ਰਾਜਨੀਤਿਕ ਲੋਕ ਕੀ ਸੋਚ ਕੇ ਗਏ ਨੇ? ਜੇ ਤਾਂ ਉਹ ਹਮਦਰਦੀ ਪੱਖੋਂ ਗਏ, ਉਹਨਾਂ ਦਾ ਮਨ ਜਾਣਦਾ, ਪਰਮਾਤਮਾ ਜਾਣਦਾ। ਜੇ ਤਾਂ ਉਹ ਗਏ ਹਮਦਰਦੀ ਮਾਰਿਆ, ਸੱਚੀ ਉਹਨਾਂ ਦਾ ਦਿਲ ਦੁੱਖ ਹੈ ਤੇ ਫਿਰ ਤਾਂ ਵੈਲਕਮ। ਜੇ ਉਹ ਆਪਣੀਆਂ ਰਾਜਨੀਤੀਆਂ ਸਿੱਖਦੇ, ਉਹਨਾਂ ਦਾ ਕੰਮ ਹੈ, ਅਸੀਂ ਉਹਨਾਂ ਤੇ ਜ਼ਿਆਦਾ ਟਿੱਪਣੀ ਨਹੀਂ ਕਰਨੀ ਵੀ ਉਹ ਕਿਉਂ ਗਏ, ਨਹੀਂ ਗਏ। ਉਹ ਗਏ ਤਾਂ ਵੀ ਠੀਕ ਹੈ, ਨਹੀਂ ਗਏ ਤਾਂ ਵੀ ਠੀਕ ਹੈ। ਸ਼ਹੀਦੀਆਂ ਕਿਸਾਨਾਂ ਦੀਆਂ ਹੋਈਆਂ, ਕਿਸਾਨ ਮੋਰਚੇ ਲਈ ਹੋਈਆਂ ਨੇ, ਉਸ ਲਈ ਕਿਸਾਨ ਮੋਰਚਾ ਹਮੇਸ਼ਾ ਜਵਾਬਦੇਹ ਆ। ਕੋਈ ਉਹਨਾਂ ਦੀ ਇੱਕੀ ਤਿੱਕੀ ਹੁੰਦੀ ਹੈ। ਮੈਂ ਵਿੱਚ ਤੁਸੀਂ ਮੇਰੀ ਗੱਲ ਟੋਕਦੀ ਕਿ ਸਾਡੇ ਕੋਲ ਬਹੁਤ ਸਿੱਖ ਦੂਜੀਆਂ ਸਟੇਟਾਂ ਦੇ ਆਉਂਦੇ ਆ, ਉਹ ਕਹਿੰਦੇ ਭਾਈ ਕੋਈ ਇਹੋ ਜਿਹਾ ਐਕਸ਼ਨ ਨਾ ਲੈ ਲਿਓ ਕਿ ਜਿਹੜਾ 84 ਵਾਲਾ ਕਾਂਡ ਵਰਤ ਜੇ। ਹੁਣ ਤੁਸੀਂ ਦੇਖੋ ਜਿਸ ਦਿਨ ਉੱਥੇ ਕਾਂਡ ਵਰਤਿਆ, ਸਾਡੇ ਕੋਲ ਇਹ ਵੀ ਸਵਾਲ ਸੀ ਕਿ ਜਿਹੜੇ ਆਪਦੇ ਸਿੱਖ ਭਾਈਚਾਰੇ ਜਾਂ ਪੰਜਾਬੀ ਭਾਈਚਾਰਾ ਬੈਠਾ ਹੈ, ਉਹਨਾਂ ਦੀ ਸਿਕਿਉਰਿਟੀ ਦੀ ਵੀ ਜ਼ਿੰਮੇਵਾਰੀ ਸਾਡੀ ਹੈ ਵੀ ਉਹਨਾਂ ਨੂੰ ਸੇਫ ਕਿਵੇਂ ਰੱਖਿਆ ਜਾਵੇ। ਅਸੀਂ ਮੰਨ ਲਓ ਮੈਂ ਗਿਆ ਵੀਡੀਓ ਬੋਲ ਕੇ, ਭੜਕਾਊ ਵੀਡੀਓ ਪਾ ਕੇ ਆ ਗਿਆ, 1 ਘੰਟਾ 2 ਘੰਟੇ 5 ਘੰਟੇ ਰਿਹਾ, ਪਰ ਲੌਂਗ ਟਰਮ ਜੇ ਉੱਥੇ ਸਿੱਖ ਬੈਠਾ ਹੈ, ਸਿੱਖ ਭਾਈਚਾਰਾ ਬੈਠਾ, ਸਾਡੇ ਪੰਜਾਬੀ ਵੀਰ ਬੈਠੇ, ਸਾਡੇ ਕਿਸਾਨ ਬੈਠੇ ਆ, ਤੇ ਉਹਨਾਂ ਦੀ ਸਿਕਿਉਰਿਟੀ ਜਿਹੜੀ ਉਹ ਵੀ ਸਾਨੂੰ ਪ੍ਰਸ਼ਾਸਨ ਨੂੰ ਕਹਿਣਾ ਪੈਣਾ ਕਿ ਭਾਈ ਲੌਂਗ ਟਰਮ ਵੀ ਇਹਨਾਂ ਤੇ ਕੋਈ ਆਂਚ ਨਾ ਆਵੇ। ਕਿਰਪਾ ਸਿੰਘ ਜੀ, ਜਾਂਦੇ ਜਾਂਦੇ ਆਪਾਂ ਇੱਕ ਗੱਲ ਕਰੀਏ ਤਾਂ ਇਹ ਸਵਾਲ ਬੜੇ ਖੜੇ ਹੁੰਦੇ ਨੇ ਕਿ ਮੋਰਚਾ ਦਿੱਲੀ ਲੱਗਿਆ, ਪੰਜਾਬ ਦੇ ਵਿੱਚ ਆ ਕੇ ਕਹਿੰਦੇ ਨੇ DC ਦਫ਼ਤਰ ਘੇਰ ਲਓ, ਪੰਜਾਬ ਦੀਆਂ ਸੜਕਾਂ ਘੇਰ ਲਓ, ਪੰਜਾਬ ਦੀ ਗੱਲ ਕਰ ਦਿੰਦੇ ਨੇ। ਪੰਜਾਬ ਦੇ ਵਿੱਚ ਕਿਉਂ ਹੁੰਦਾ ਆਖਰ ਇਹ? ਜੇਕਰ ਮੋਰਚਾ ਦਿੱਲੀ ਲੱਗਿਆ ਤਾਂ ਲੋਕਾਂ ਦੇ ਸਵਾਲ ਨੇ ਇਹ। ਵੇਖੋ ਲੋਕਤੰਤਰ ਦੇ ਵਿੱਚ ਜਿਹੜਾ ਇੱਕ ਚੈਨਲ ਹੁੰਦਾ ਹੈ,
ਲੋਕਤੰਤਰ ਦੇ ਵਿੱਚ ਇੱਕ ਚੈਨਲ ਹੁੰਦਾ, ਚੈਨਲ ਥਰੂ ਕੰਮ ਕੀਤਾ ਜਾਂਦਾ। ਹੁਣ ਅਸੀਂ ਉੱਥੇ ਜਾ ਕੇ ਬੈਠ ਕੇ ਕਿਸ ਨੂੰ ਮੰਗ ਪੱਤਰ ਦੇਈਏ? ਦਿੱਲੀ ਸਿੰਘੂ ਬੈਠੇ ਹਾਂ, ਅਸੀਂ ਪਿੱਛੇ ਤਾਂ ਨਹੀਂ ਹਟੇ। ਪਰ ਜੇ ਇਹ ਪਾਰਟ ਹੁੰਦੇ ਨੇ, ਜੇ ਆ ਰੇਲ ਰੋਕੋ ਅੰਦੋਲਨ ਅਸੀਂ ਕਰਨ ਜਾ ਰਹੇ ਇੱਕ ਦਿਨ ਦਾ, ਇੱਕ ਦਿਨ ਰੇਲ ਰੋਕਣ ਜਾ ਰਹੇ ਹਾਂ। ਹੁਣ ਮੈਂ ਕੱਲ ਦੇਖ ਰਿਹਾ ਸੀ, ਲੋਕ ਕਹਿ ਰਹੇ ਸੀ ਬੱਸ ਠੁੱਸ ਹੋ ਗਈ। ਉਹ ਯਾਰ ਅਸੀਂ ਇਹ ਥੋੜਾ ਕਿਹਾ ਵੀ ਰੇਲ ਇੱਕ ਦਿਨ ਰੋਕ ਕੇ ਉਸ ਤੋਂ ਬਾਅਦ ਅਸੀਂ ਘਰੇ ਆ ਜਾਣਾ। ਇਹ ਤਾਂ ਪਾਰਟ ਹੁੰਦੇ ਆ ਛੋਟੇ ਛੋਟੇ ਅੰਦੋਲਨ ਦੇ, ਇਹ ਐਕਸ਼ਨ ਹੁੰਦੇ ਆ, ਚਾਹੇ ਛੋਟਾ ਹੋਏ ਚਾਹੇ ਵੱਡਾ ਹੋਏ। ਇੱਕ ਦਿਨ ਰੇਲ ਬੰਦ ਕੀਤੀ, ਇੱਕ ਦਿਨ ਰੋਡ ਬੰਦ ਕੀਤੇ, ਉਸ ਤੋਂ ਬਾਅਦ ਇਹ ਤਾਂ ਨਹੀਂ ਨਾ ਕਹਿਤਾ ਵੀ ਚਲੋ ਠੀਕ ਹੈ ਨਹੀਂ ਕਾਨੂੰਨ ਰੱਦ ਕੀਤੇ ਤੇ ਘਰੇ ਚੱਲ ਗਏ। ਇਹ ਜਿਹੜੇ ਡੀਸੀਆਂ ਦੇ ਦਫ਼ਤਰ ਘੇਰੇ ਆ, ਇਹ ਚੈਨਲ ਥਰੂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣੀ ਹੁੰਦੀ ਆ। ਉਹ ਚੈਨਲ ਡੀਸੀ ਸਾਹਿਬ ਹੀ ਹੁੰਦਾ, ਫਿਰੋਜ਼ਪੁਰ ਚਾਹੇ ਕਿਸੇ ਵੀ ਜ਼ਿਲ੍ਹੇ ਦਾ ਹੋਵੇ, ਜਾਂ ਪ੍ਰਸ਼ਾਸਨਿਕ ਜਿਹੜਾ ਲੋਕਲ ਹੁੰਦਾ। ਕਿਸਾਨ ਵੀ ਚਾਹੁੰਦੇ ਹੁੰਦੇ ਆ ਕਿ ਅਸੀਂ ਲੋਕਲ ਐਕਸ਼ਨ ਕਰੀਏ। ਹੁਣ ਤੁਹਾਨੂੰ ਵੀ ਪਤਾ ਸਾਰੇ ਕੰਮਾਂ, ਝੋਨੇ ਦਾ ਸੀਜ਼ਨ ਹੈ, ਜੇ ਹੁਣ ਐਕਸ਼ਨ ਕਰਨਾ ਸਾਰਿਆਂ ਨੂੰ ਦਿੱਲੀ ਨਹੀਂ ਲਿਜਾ ਸਕਦੇ। ਪਰ ਤੁਸੀਂ ਦੇਖਿਓ ਜਿਸ ਦਿਨ ਦਿੱਲੀ ਪ੍ਰੋਗਰਾਮ ਰੱਖਾਂਗੇ ਸਾਰਾ ਪੰਜਾਬ ਉੱਥੇ ਵੀ ਹੋਊਗਾ। ਬਹੁਤ ਧੰਨਵਾਦ। ਇਸ ਵਕਤ ਅਸੀਂ ਕਿਸਾਨ ਆਗੂ ਕਿਰਪਾ ਸਿੰਘ ਦੇ ਨਾਲ ਗੱਲਬਾਤ ਕਰੀ ਆ। ਤਾਂ ਕਿਸਾਨ ਆਗੂ ਕਿਰਪਾ ਸਿੰਘ ਦੇ ਨਾਲ ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਗੱਲਬਾਤ ਹੋਈ ਆ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਘੇਰੇ ਜਾ ਰਹੇ ਨੇ, ਉਹਨਾਂ ਦੇ ਉੱਪਰ ਵੀ ਇੱਕ ਅੱਧਾ ਸਵਾਲ ਹੋਇਆ। ਤਾਂ ਇਸੇ ਤਰ੍ਹਾਂ ਜਿਹੜੀ ਗੱਲਬਾਤ ਆ ਕਰਦੇ ਰਵਾਂਗੇ ਕਿਸਾਨ ਆਗੂਆਂ ਦੇ ਨਾਲ। ਤਾਂ ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਫਿਲਹਾਲ ਦੇ ਲਈ ਇਜਾਜ਼ਤ। ਧੰਨਵਾਦ।